ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਬਾਣੀ ਵਿੱਚ ਜੋ ਇਤਿਹਾਸਕ ਨਾਮ ਆਏ ਹਨ, ਅੱਜ ਆਪਾਂ ਉਹਨਾਂ ਬਾਰੇ ਪੜ੍ਹਾਂਗੇ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਜੀ ਦੀ ਕੁੱਖੋਂ ਵਡਾਲੀ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸੰਮਤ 1652 ਨੂੰ ਪੈਦਾ ਹੋਏ। ਜਦ ਜੇਠ ਸੁਦੀ ਸੰਮਤ 1663 ਨੂੰ ਪੰਚਮ ਪਾਤਸ਼ਾਹ ਜੀ ਲਾਹੌਰ ਜੋਤੀ ਜੋਤ ਸਮਾ ਗਏ ਤਾਂ ਪੰਚਮ ਪਾਤਸ਼ਾਹ ਜੀ ਦੀ ਆਗਿਆ ਦੇ ਅਨੁਸਾਰ ਗੁਰਿਆਈ ਦੀ ਗੱਦੀ 'ਤੇ ਬੈਠਣ ਸਮੇਂ ਜਦ ਬਾਬਾ ਬੁੱਢਾ ਜੀ ਤਿਲਕ ਦੇਣ ਲੱਗੇ ਤਾਂ ਆਪ ਨੇ 2 ਤਲਵਾਰਾਂ, ਇੱਕ ਮੀਰੀ ਤੇ ਦੂਜੀ ਪੀਰੀ ਦੀਆਂ ਮੰਗਵਾ ਕੇ ਉਸੇ ਸਮੇਂ ਧਾਰਨ ਕੀਤੀਆਂ। ਸਿੱਖ ਇਤਿਹਾਸ ਵਿੱਚ 5ਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਦੀ ਕੁਰਬਾਨੀ ਅਦੁੱਤੀ ਸਾਕਾ ਹੈ। ਇਸ ਸਾਕੇ ਤੇ ਗੁਰੂ ਜੀ ਨੇ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਨੂੰ ਧਾਰਨ ਕਰ ਸਿੱਖਾਂ ਨੂੰ ਸੱਚਮੁੱਚ ਹਰ ਪਹਿਲੂ ਤੋਂ ਰੱਬੀ ਸਿਪਾਹੀ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਧਰਮ ਦੇ ਨਾਲ ਨਾਲ ਵੀਰ ਰਸ ਦੀ ਸਿੱਖਿਆ ਦੇ ਮਨੁੱਖਾਂ ਨੂੰ ਅਮਲੀ ਰੱਬੀ ਸਿਪਾਹੀ ਬਣਨ ਦੇ ਆਹਰ ਵਿੱਚ ਲਾ ਦਿੱਤਾ। ਇਸੇ ਸਿੱਖਿਆ ਦੀ ਦ੍ਰਿੜਤਾ ਹੋਣ ਤੇ ਦਸ਼ਮੇਸ਼ ਪਿਤਾ ਜੀ ਨੇ ਖਾਲਸਾ ਸਜਾ ਸਿੱਖਾਂ ਨੂੰ ਮੁਕੰਮਲ ਸੱਚਾ ਰੱਬੀ ਸਿਪਾਹੀ ਬਣਾ ਦਿੱਤਾ। ਆਪ ਨੇ ਸਿੱਖਾਂ ਨੂੰ ਸ਼ਸਤਰ ਵਿੱਦਿਆ ਵਿੱਚ ਨਿਪੁੰਨ ਕਰਨਾ ਸ਼ੁਰੂ ਕਰ ਦਿੱਤਾ ਤੇ ਜਦ ਆਪ ਨੂੰ ਵੈਰੀਆਂ ਨਾਲ ਟਾਕਰਾ ਕਰਨਾ ਪਿਆ, ਉਹਨਾਂ ਨੂੰ ਮੂੰਹ ਤੋੜ ਸ਼ਿਕਸਤਾਂ ਦਿੱਤੀਆਂ। ਵਾਰਾਂ ਨਾਲ ਜੋ ਧੁਨਾਂ ਹਨ ਉਹ ਇਹਨਾਂ ਨੇ ਹੀ ਬਾਣੀ ਦੇ ਸਿਰਲੇਖ ਨਾਲ ਲਾਈਆਂ ਹਨ ਤਾਂ ਕਿ ਰਾਗੀ ਤੇ ਢਾਡੀ ਇਹਨਾਂ ਧੁਨਾਂ ਤੇ ਵਾਰਾਂ ਨੂੰ ਗਾ ਕੇ ਸਿੱਖਾਂ ਵਿੱਚ ਵੀਰ ਰਸ ਪੈਦਾ ਕਰਨ। ਆਪ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਨੀਂਹ ਸੰਮਤ 1665 ਬਿਕਰਮੀ ਨੂੰ ਗੁਰਿਆਈ ਦੀ ਗੱਦੀ ਤੇ ਬੈਠਣ ਦੇ ਥੋੜ੍ਹੇ ਸਮੇਂ ਮਗਰੋਂ ਹੀ ਰੱਖੀ। ਇੱਥੇ ਨਿਤਾ ਪ੍ਰਤੀ ਧਾਰਮਿਕ ਦੀਵਾਨਾਂ ਤੋਂ ਬਿਨਾਂ ਵਿਸਾਖੀ ਆਦਿ ਨਿਯਤ ਦਿਨਾਂ ਉੱਤੇ ਪੰਥਕ ਇਕੱਠ ਵੀ ਹੁੰਦੇ ਸਨ ਅਤੇ ਗੁਰੂ ਜੀ ਸਾਰੀ ਕੌਮ ਦੇ ਹਾਨ ਲਾਭ ਦੀਆਂ ਵਿਚਾਰਾਂ ਕਰਦੇ ਸਨ। ਪਰ ਉਧਰ ਚੰਦੂ ਆਪਣੀਆਂ ਚੰਦਰੀਆਂ ਕਰਤੂਤਾਂ ਕਰਕੇ ਇਹਨਾਂ ਤੋਂ ਭੈਭੀਤ ਹੋ ਰਿਹਾ ਸੀ ਤੇ ਇਹਨਾਂ ਯਤਨਾਂ ਵਿੱਚ ਸੀ ਕਿ ਕਿਵੇਂ ਇਹਨਾਂ ਦਾ ਖਾਤਮਾ ਕਰੇ। ਇਸ ਦੀਆਂ ਸਾਜ਼ਿਸ਼ਾਂ ਦਾ ਸਿੱਟਾ ਜਹਾਂਗੀਰ ਨੇ ਇਹਨਾਂ ਨੂੰ ਦਿੱਲੀ ਬੜੇ ਪ੍ਰੇਮ ਨਾਲ ਸੱਦਾ ਘੱਲਿਆ। ਆਪ ਸੰਮਤ 1669 ਨੂੰ ਦਿੱਲੀ ਚਲੇ ਗਏ। ਬਾਦਸ਼ਾਹ ਨੇ ਬੜਾ ਸਤਿਕਾਰ ਤੇ ਮਾਣ ਕੀਤਾ, ਪਰ ਚੰਦੂ ਦੀਆਂ ਸਾਜ਼ਿਸ਼ਾਂ ਦਾ ਸਿੱਟਾ ਆਪ ਕੁਝ ਚਿਰ ਮਗਰੋਂ ਗਵਾਲੀਅਰ ਦੇ ਕਿਲੇ ਵਿੱਚ ਨਜ਼ਰਬੰਦ ਕਰ ਦਿੱਤੇ ਗਏ। ਇਸ ਕਿਲੇ ਵਿੱਚ ਕਈ ਰਾਜੇ ਪਹਿਲਾਂ ਤੋਂ ਹੀ ਕੈਦ ਸਨ। ਇਸ ਥਾਂ ਦਾ ਪ੍ਰਬੰਧ ਇੱਕ ਸ਼ਰੀਫ ਆਦਮੀ ਹਰੀਦਾਸ ਦੇ ਸਪੁਰਦ ਸੀ। ਕੁਝ ਸਮੇਂ ਬਾਅਦ ਜਹਾਂਗੀਰ ਨੂੰ ਆਪਣੀ ਭੁੱਲ ਪ੍ਰਤੀਤ ਹੋਈ। ਸਤਿਗੁਰੂ ਦੀ ਰਿਹਾਈ ਲਈ ਫਰਮਾਨ ਘੱਲਿਆ, ਪਰ ਦੁਖੀਆਂ ਤੇ ਮਜ਼ਲੂਮਾਂ ਦਾ ਦਰਦ ਵੰਡਣ ਵਾਲੇ ਦਾਤਾਰ ਜੀ ਨੇ ਬੰਦੀ ਵਿੱਚੋਂ ਨਿਕਲਣ ਤੋਂ ਇਨਕਾਰ ਕਰ ਦਿੱਤਾ ਤੇ ਸ਼ਾਹ ਨੂੰ ਆਖ ਘੱਲਿਆ ਕਿ ਜਦ ਤਾਈਂ ਉਹ ਸਾਰੇ ਰਾਜੇ ਛੱਡ ਨਾ ਦਿੱਤੇ ਜਾਣ ਜੋ ਬੇਕਸੂਰ ਇੱਥੇ ਕੈਦ ਕੀਤੇ ਹੋਏ ਹਨ, ਤਦ ਤੱਕ ਅਸੀਂ ਵੀ ਕੈਦ ਵਿੱਚੋਂ ਬਾਹਰ ਨਹੀਂ ਆਵਾਂਗੇ। ਸ਼ਾਹ ਨੇ ਇਹਨਾਂ ਦੀ ਇਸ ਆਗਿਆ ਨੂੰ ਸਵੀਕਾਰ ਕੀਤਾ। ਇਉਂ ਇਹ ਬੰਦੀ ਛੋੜ ਦਾਤਾਰ ਜੀ 52 ਸ਼ਾਹੀ ਕੈਦੀਆਂ ਸਣੇ ਬਾਹਰ ਆਏ। ਤਦ ਤੋਂ ਆਪ ਨੂੰ ਬੰਦੀ ਛੋੜ ਸਤਿਗੁਰ ਕਹਿ ਕੇ ਯਾਦ ਕੀਤਾ ਜਾਂਦਾ ਹੈ। ਜਦ ਦਿੱਲੀ ਪੁੱਜੇ ਤਾਂ ਚੰਦੂ ਦੀਆਂ ਕਈ ਕਰਨੀਆਂ ਸ਼ਾਹ ਨੂੰ ਦੱਸੀਆਂ ਗਈਆਂ। ਸ਼ਾਹ ਨੇ ਗੁਰੂ ਘਰ ਦੇ ਇਸ ਵਿਰੋਧੀ ਨੂੰ ਸਤਿਗੁਰਾਂ ਦੇ ਹਵਾਲੇ ਕਰ ਦਿੱਤਾ ਤੇ ਇਸ ਪਾਪੀ ਦਾ ਅੰਤ ਬੜੀ ਦੁਰਦਸ਼ਾ ਨਾਲ ਹੋਇਆ। ਜਦ ਆਪ ਜਹਾਂਗੀਰ ਬਾਦਸ਼ਾਹ ਪਾਸ ਸਨ ਤਦ ਆਪ ਨੇ ਨੂਰ ਜਹਾਨ ਤੇ ਬਾਕੀ ਸ਼ਾਹੀ ਘਰਾਣੇ ਦੀਆਂ ਇਸਤਰੀਆਂ ਨੂੰ ਵੀ ਸੱਚੀ ਸਿੱਖਿਆ ਦਿੱਤੀ। ਆਪ ਫਿਰ ਸ਼੍ਰੀ ਅੰਮ੍ਰਿਤਸਰ ਵਾਪਸ ਆਏ ਤੇ ਸੰਗਤਾਂ ਨੂੰ ਨਿਹਾਲ ਕਰਦੇ ਰਹੇ। ਫਿਰ ਅਲਮਸਤ ਦੀ ਪ੍ਰਸੰਨਤਾ ਲਈ ਨਾਨਕ ਅਤੇ ਪੂਜੇ ਤੇ ਜੋਗੀਆਂ ਨੂੰ ਸਮੇਤ ਲਾਇਆ। ਫਿਰ ਅਲਮਸਤ ਦੀ ਪ੍ਰਸੰਨਤਾ ਲਈ ਨਾਨਕ ਮਤੇ ਪੂਜੇ ਤੇ ਜੋਗੀਆਂ ਨੂੰ ਸੁਮਤੇ ਲਾਇਆ। ਇਹਨਾਂ ਦੀ ਆਪਣੀ ਸੈਨਾ ਦਾ ਸੈਨਾਪਤੀ ਪਹਿਲੇ ਪੈਂਦੇ ਖਾਨ ਸੀ, ਪਰ ਇਹ ਹੰਕਾਰ ਦਾ ਸ਼ਿਕਾਰ ਹੋ ਵੈਰੀਆਂ ਪਾਸ ਚਲਾ ਗਿਆ ਤੇ ਜਦ ਵੈਰੀਆਂ ਨੂੰ ਨਾਲ ਲੈ ਯੁੱਧ ਕਰਨ ਆਇਆ ਤਾਂ ਸਤਿਗੁਰ ਜੀ ਦੇ ਹੱਥੋਂ ਮਾਰਿਆ ਗਿਆ। ਜੰਗ ਤੋਂ ਛੁੱਟ ਗੁਰੂ ਜੀ ਨੇ ਧਰਮ ਪ੍ਰਚਾਰ ਦਾ ਵੀ ਬੜਾ ਕੰਮ ਕੀਤਾ। ਗੁਰੂ ਨਾਨਕ ਦੇਵ ਜੀ ਤੋਂ ਉਪਰੰਤ ਇਹ ਪਹਿਲੇ ਗੁਰੂ ਹੋਏ ਹਨ ਜਿਨ੍ਹਾਂ ਨੇ ਪੰਜਾਬ ਤੋਂ ਬਾਹਰ ਦੂਰ ਦੂਰ ਖਿਲਰੀਆਂ ਹੋਈਆਂ ਸੰਗਤਾਂ ਦੀ ਸਾਰ ਲੈਣ ਲਈ ਦੌਰੇ ਕੀਤੇ।
ਆਪ ਬਹੁਤ ਚਿਰ ਤੱਕ ਜੰਗਾਂ ਵਿੱਚ ਰੁੱਝੇ ਰਹੇ, ਇਸ ਲਈ ਦੂਰ ਦੂਰ ਦੇ ਪ੍ਰਚਾਰ ਦੇ ਪ੍ਰਬੰਧ ਨੂੰ ਆਪ ਆਪਣੇ ਧਰਮ ਮੂਰਤ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਹੱਥ ਸੌਂਪਿਆ। ਉਹਨਾਂ ਨੇ ਆਪਣੇ ਪਿਤਾ ਦੀ ਆਗਿਆ ਨਾਲ ਇਸ ਕੰਮ ਲਈ ਪ੍ਰਚਾਰਕ, ਜਿਨ੍ਹਾਂ ਨੂੰ ਉਦਾਸੀ ਆਖਦੇ ਸਨ, ਨਿਯਤ ਕੀਤੇ। ਗੁਰੂ ਸਾਹਿਬ ਦੇ ਦਿਲ ਵਿੱਚ ਜੋ ਪ੍ਰਚਾਰ ਦਾ ਪਿਆਰ ਸੀ, ਉਸ ਦੇ ਕਈ ਨਮੂਨੇ ਹਨ। ਇਹਨਾਂ ਨੇ ਨਨਕਾਣੇ ਸਾਹਿਬ ਆਦਿਕ ਥਾਵਾਂ 'ਤੇ ਜਾ ਕੇ ਗੁਰਧਾਮਾਂ ਦੀ ਖੋਜ ਕੀਤੀ ਤੇ ਗੁਰਦੁਆਰਿਆਂ ਨੂੰ ਬੱਧਿਆ। ਕਈ ਨਵੇਂ ਗੁਰੂਸਰ ਤੇ ਗੁਰਦੁਆਰੇ ਬਣਾਏ। ਦਰਬਾਰ ਸਾਹਿਬ ਵਿੱਚ ਸ਼ਬਦ ਕੀਰਤਨ ਦੀਆਂ ਚੌਂਕੀਆਂ ਮੁਕਰਰ ਕੀਤੀਆਂ, ਜੋ ਹੁਣ ਤੱਕ ਚਲੀਆਂ ਆਉਂਦੀਆਂ ਹਨ। ਆਪ ਦੇ ਘਰ ਬਾਬਾ ਗੁਰਦਿੱਤਾ ਜੀ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ, ਬਾਬਾ ਅਟੱਲ ਜੀ ਤੇ ਗੁਰੂ ਤੇਗ ਬਹਾਦਰ ਜੀ, 5 ਸਾਹਿਬਜ਼ਾਦੇ ਤੇ ਬੀਬੀ ਵੀਰੋ ਜੀ, ਇੱਕ ਸਾਹਿਬਜ਼ਾਦੀ ਪੈਦਾ ਹੋਏ। ਆਪ ਨੇ ਆਪਣੇ ਜੋਤੀ ਜੋਤ ਸਮਾਨ ਸਮੇਂ ਗੁਰਿਆਈ ਦੀ ਗੱਦੀ ਆਪਣੇ ਪੋਤਰੇ ਗੁਰੂ ਹਰ ਰਾਏ ਜੀ ਨੂੰ ਦਿੱਤੀ ਤੇ ਗੁਰਿਆਈ ਦੀ ਰਸਮ ਹੋ ਜਾਣ ਤੇ ਸੰਮਤ 1702 ਨੂੰ ਜੋਤੀ ਜੋਤ ਸਮਾ ਗਏ। ਇਸ ਸਮੇਂ ਸ੍ਰੀ ਗੁਰੂ ਹਰ ਰਾਏ ਜੀ ਨੇ ਸੈਨਾ ਰੱਖਣ ਸੰਬੰਧੀ ਆਪ ਦੀ ਆਗਿਆ ਪੁੱਛੀ। ਆਪ ਨੇ 2200 ਸਵਾਰ ਰੱਖਣ ਦਾ ਹੁਕਮ ਦਿੱਤਾ, ਪਰ ਨਾਲ ਹੀ ਸੈਨਾ ਅਤ ਲੋੜ ਸਮੇਂ ਹੀ ਵਰਤਣ ਦੀ ਆਗਿਆ ਦਿੱਤੀ। ਇਸ ਆਗਿਆ ਨੂੰ 7ਵੀਂ ਪਾਤਸ਼ਾਹੀ ਨੇ ਸਿਰੇ ਚਾੜਿਆ ਤੇ ਇਉਂ ਜ਼ਬਤ ਤੇ ਹੁਕਮ ਵਿੱਚ ਰਹਿਣ ਦੀ ਅਦੁੱਤੀ ਮਿਸਾਲ ਦਾ ਸਬਕ ਮੁੜ ਸਿੱਖਾਂ ਨੂੰ ਚੇਤੇ ਕਰਾਇਆ। ਆਪ 39 ਵਰ੍ਹੇ ਗੁਰਿਆਈ ਦੀ ਗੱਦੀ ਤੇ ਬਿਰਾਜਮਾਨ ਰਹੇ। ਮਲਕ ਮੁਰੀਦ ਤੇ ਚੰਦਰਹੜਾ ਸੋਹੀਆਂ, ਇਹ ਕੌਣ ਸਨ? ਮਲਕ ਮੁਰੀਦ ਤੇ ਚੰਦਰਹੜਾ ਸੋਹੀਆਂ ਅਕਬਰ ਬਾਦਸ਼ਾਹ ਦੇ ਰਾਜਪੂਤ ਸੂਰਮੇ ਸਰਦਾਰ ਸਨ। ਇਹਨਾਂ ਦੀ ਬਾਹਰ ਮੁਖੀ ਤਾਂ ਆਪਸ ਵਿੱਚ ਬੜੀ ਮਿੱਤਰਤਾ ਸੀ, ਪਰ ਵਿੱਚੋਂ ਇੱਕ ਦੂਜੇ ਨਾਲ ਬਹੁਤ ਲੱਗਦੇ ਸੀ। ਇੱਕ ਵਾਰੀ ਬਾਦਸ਼ਾਹ ਨੇ ਮਲਕ ਮੁਰੀਦ ਨੂੰ ਇਨਾਮ ਕਰਾਮ ਦੇ ਕੇ ਸਰਹੱਦੀ ਇਲਾਕੇ ਨੂੰ, ਜਿੱਥੇ ਬਗਾਵਤ ਦਾ ਖਤਰਾ ਪੈਦਾ ਹੋ ਗਿਆ ਸੀ, ਤੋਰ ਦਿੱਤਾ ਕਿ ਪ੍ਰਬੰਧ ਨੂੰ ਕਾਇਮ ਰੱਖੇ। ਮਲਕ ਮੁਰੀਦ ਇਹ ਸ਼ਾਹੀ ਹੁਕਮ ਨੂੰ ਪੂਰਾ ਕਰਨ ਵਾਸਤੇ ਚਲਾ ਗਿਆ ਤੇ ਆਪਣੀ ਬਹਾਦਰੀ, ਸਿਆਣਪ ਤੇ ਰਾਜਨੀਤੀ ਨਾਲ ਸਰਹੱਦੀ ਇਲਾਕੇ ਨੂੰ ਕਾਬੂ ਕਰ ਲਿਆ ਤੇ ਜੋ ਸ਼ਾਹੀ ਖਰਾਜ ਜਾਂ ਮਾਮਲਾ ਰੁਕਿਆ ਪਿਆ ਸੀ, ਉਹ ਵੀ ਵਸੂਲ ਕਰਕੇ ਘੱਲ ਦਿੱਤਾ। ਕੁਝ ਸਾਲ ਮਲਕ ਮੁਰੀਦ ਨੇ ਉੱਥੇ ਖੂਬ ਦਬਦਬੇ ਨਾਲ ਹਕੂਮਤ ਕੀਤੀ, ਪਰ ਕਿਸੇ ਕਾਰਨ ਕਰਕੇ ਫਿਰ ਮਾਮਲਾ ਨਾ ਉਗਰ ਸਕਿਆ। ਇਸ ਕਰਕੇ ਮਲਕ ਮੁਰੀਦ ਦਿੱਲੀ ਦੇ ਸ਼ਾਹੀ ਖਜ਼ਾਨੇ ਨੂੰ ਜੋ ਰਕਮ ਘੱਲਿਆ ਕਰਦਾ ਸੀ, ਨਾ ਘੱਲ ਸਕਿਆ। ਇਸ ਮੌਕੇ ਨੂੰ ਮੁਨਾਸਬ ਜਾਣ ਕੇ ਚੰਦਰਹੜਾ ਨੇ ਉਸਦੇ ਸਾਥੀਆਂ ਨੇ ਬਾਦਸ਼ਾਹ ਨੂੰ ਇਹ ਸਿਖਲਾ ਦਿੱਤਾ ਕਿ ਮਲਕ ਮੁਰੀਦ ਆਕੀ ਹੋ ਬੈਠਾ ਹੈ। ਬਾਦਸ਼ਾਹ ਨੂੰ ਜਦ ਇਸ ਗੱਲ ਦਾ ਯਕੀਨ ਹੋ ਗਿਆ, ਤਦ ਚੰਦਰਹੜਾ ਨੂੰ ਹੀ ਸੈਨਾ ਦੇ ਕੇ ਮਲਕ ਮੁਰੀਦ ਨੂੰ ਤਾਬੇ ਕਰਨ ਵਾਸਤੇ ਘੱਲ ਦਿੱਤਾ। ਜਦ ਚੰਦਰਹੜਾ ਮਲਕ ਮੁਰੀਦ ਦੀ ਹੱਦ ਤੇ ਪੁੱਜਾ ਤਾਂ ਬਾਹਰ ਮੁਖੀ ਪੁਰਾਣੀ ਮਿੱਤਰਤਾ ਵਾਲਾ ਢੰਗ ਬਣਾ ਕੇ ਮਲਕ ਮੁਰੀਦ ਨੂੰ ਧੋਖਾ ਦੇਣਾ ਚਾਹਿਆ। ਪਰ ਹੁਣ ਮਲਕ ਨੂੰ ਵੀ ਅਸਲੀ ਗੱਲ ਦਾ ਪਤਾ ਲੱਗ ਚੁੱਕਾ ਸੀ, ਇਸ ਲਈ ਚੰਦਰਹੜਾ ਦਾ ਇਹ ਦਾ ਨਾ ਚੱਲ ਸਕਿਆ ਤੇ ਦੁਵੱਲੀ ਯੁੱਧ ਸ਼ੁਰੂ ਹੋ ਗਿਆ। ਇਹ ਯੁੱਧ ਕਾਫੀ ਚਿਰ ਰਿਹਾ ਤੇ ਦੁਵੱਲੀ ਸ਼ਾਹੀ ਸੈਨਾ ਤੇ ਖਜ਼ਾਨੇ ਦਾ ਕਾਫੀ ਨੁਕਸਾਨ ਹੋਇਆ। ਅੰਤ ਨੂੰ ਮਲਕ ਨੇ ਚੰਦਰਹੜਾ ਨੂੰ ਵੰਗਾਰ ਕੇ ਲਿਖਿਆ, ਬਹਾਦਰਾਂ ਦਾ ਇਹ ਕੰਮ ਨਹੀਂ ਕਿ ਆਪਸ ਵਿੱਚ ਦੇ ਵੈਰ ਦੀ ਖਾਤਰ ਬੇਗੁਨਾਹ ਸੈਨਾ ਨੂੰ ਕਤਲ ਕਰਵਾਈ ਜਾਈਏ। ਜੇ ਤੂੰ ਰਾਜਪੂਤ ਤੇ ਸੂਰਮਾ ਹੈ ਤਾਂ ਰਣ ਭੂਮੀ ਵਿੱਚ ਸਾਹਮਣੇ ਆ, ਤਾਂ ਕਿ ਅਸੀਂ ਦੋਵੇਂ ਸਨਮੁਖ ਹੋ ਕੇ ਲੜੀਏ ਤੇ ਆਪਣੀ ਬਹਾਦਰੀ ਦੁਆਰਾ ਆਪਣੀ ਜਿੱਤ ਨੂੰ ਹਾਸਲ ਕਰਕੇ ਗੁਪਤ ਵੈਰ ਦਾ ਖਾਤਮਾ ਕਰ ਦਈਏ। ਇਹ ਚਿੱਠੀ ਪੜ੍ਹ ਚੰਦਰਹੜਾ ਦਾ ਰਾਜਪੂਤੀ ਖੂਨ ਵੀ ਜੋਸ਼ ਵਿੱਚ ਆਇਆ ਤੇ ਦੋਵੇਂ ਸੂਰਮੇ ਆਪਣੇ ਆਪਣੇ ਕਰਤੱਵ ਦੱਸਣ ਲਈ ਮੈਦਾਨ ਵਿੱਚ ਨਿਕਲੇ। ਦੁਵੱਲੀ ਖੂਬ ਯੋਧਿਆਂ ਵਾਲੇ ਹੱਥ ਦੱਸੇ ਗਏ, ਪਰ ਜਿੱਤ ਕਿਸੇ ਬੰਨੇ ਨਾ ਹੋਈ, ਕਿਉਂਕਿ ਇਹ ਦੋਵੇਂ ਯੋਧੇ ਇੱਕ ਚਾੜੇ ਸਨ ਤੇ ਅੰਤ ਨੂੰ ਮੈਦਾਨ ਖਾਲੀ ਹੋ ਗਿਆ। ਇਹਨਾਂ ਸੂਰਮਿਆਂ ਦੀ ਇਸ ਜਾਨ ਤੋੜਵੀਂ ਬਹਾਦਰੀ ਨੂੰ ਢਾਡੀਆਂ ਨੇ ਵਾਰ ਦੁਆਰਾ ਗਾਇਆ। ਜਿਸ ਰਾਗ ਧੁਨ ਵਿੱਚ ਉਪਰੋਕਤ ਯੁੱਧ ਦੀ ਵਾਰ ਢਾਡੀਆਂ ਨੇ ਗਾਈ, ਉਸੇ ਧੁਨ ਵਿੱਚ ਮਾਝ ਦੀ ਵਾਰ ਗਾਉਣ ਦੀ ਸੂਚਨਾ ਗੁਰੂ ਜੀ ਨੇ ਕੀਤੀ ਹੈ। ਰਾਏ ਕਮਾਲ ਦੀ ਤੇ ਮੌਜ ਦੀ। ਰਾਏ ਕਮਾਲ ਦੀ ਤੇ ਰਾਏ ਸਾਰੰਗ ਦੋ ਸਕੇ ਭਰਾ ਸਨ। ਪਿਤਾ ਦਾ ਵਿਰਸਾ ਵੰਡਣ ਸਮੇਂ ਇਹਨਾਂ ਦੀ ਆਪਸ ਵਿੱਚ ਬੜੀ ਖਟਪਟ ਹੋ ਗਈ। ਕਮਾਲ ਦੀ ਵੱਡਾ ਭਰਾ ਸੀ। ਇਸ ਨੇ ਇਹ ਯਤਨ ਕੀਤਾ ਕਿ ਸਾਰੰਗ ਨੂੰ ਕੁਝ ਨਾ ਦਿੱਤਾ ਜਾਵੇ,
ਪਰ ਸਾਰੰਗ ਵੀ ਬੜਾ ਵੱਡਾ ਯੋਧਾ ਸੀ, ਇਸ ਕਰਕੇ ਕਮਾਲਦੀ ਦਾ ਕੋਈ ਦਾਅ ਨਾ ਫੱਬਿਆ। ਜਦ ਸ਼ਾਹੀ ਖਰਾਜ ਦੇਣ ਦਾ ਸਮਾਂ ਆਇਆ ਤਾਂ ਕਮਾਲਦੀ ਨੇ ਸਾਰੰਗ ਨੂੰ ਬਗਾਵਤ ਦਾ ਕਲੰਕ ਲਵਾ ਕੇ ਸ਼ਾਹੀ ਕੈਦ ਵਿੱਚ ਪਵਾ ਦਿੱਤਾ। ਕੁਝ ਚਿਰ ਮਗਰੋਂ ਬਾਦਸ਼ਾਹ ਨੂੰ ਅਸਲੀਅਤ ਦਾ ਪਤਾ ਲੱਗ ਗਿਆ। ਬਾਦਸ਼ਾਹ ਨੇ ਸਾਰੰਗ ਨੂੰ ਛੱਡ ਦਿੱਤਾ ਤੇ ਆਦਰ ਨਾਲ ਆਪਣੇ ਇਲਾਕੇ ਵੱਲ ਵਾਪਸ ਜਾਣ ਦੀ ਆਗਿਆ ਦੇ ਦਿੱਤੀ। ਕਮਾਲਦੀ ਨੂੰ ਜਦ ਪਤਾ ਲੱਗਾ ਤਦ ਆਉਂਦੇ ਭਰਾ ਦੀ ਬੜੀ ਇੱਜ਼ਤ ਕੀਤੀ ਤੇ ਪਿਛਲੀ ਭੁੱਲ ਦੀ ਖਿਮਾ ਮੰਗੀ, ਪਰ ਅੰਦਰ ਖੋਟ ਰੱਖਿਆ। ਇੱਕ ਵੇਰੀ ਦੋਵੇਂ ਭਰਾ ਸ਼ਰਾਬ ਪੀਣ ਲੱਗੇ। ਕਮਾਲਦੀ ਨੇ ਸਮਾਂ ਤਾੜ ਕੇ ਸਾਰੰਗ ਨੂੰ ਮਾਰ ਦਿੱਤਾ। ਇਸ ਤੇ ਸਾਰੰਗ ਦੀ ਇਸਤਰੀ ਆਪਣੇ ਨਿੱਕੇ ਜਿਹੇ ਬਾਲਕ ਮੌਜਦੀ, ਜਿਸ ਦਾ ਦੂਜਾ ਨਾਮ ਰਣਧੀਰ ਸੀ, ਨੂੰ ਆਪਣੇ ਨਾਲ ਲੈ ਪੇਕੇ ਘਰ ਚਲੀ ਗਈ। ਜਦ ਮੌਜਦੀ ਵੱਡਾ ਹੋਇਆ ਤੇ ਉਸਨੇ ਆਪਣੇ ਪਿਤਾ ਦਾ ਬਦਲਾ ਲੈਣ ਦਾ ਫੈਸਲਾ ਕੀਤਾ ਤੇ ਮਾਮਿਆਂ ਦੀ ਮਦਦ ਨਾਲ ਆਪਣੇ ਤਾਏ ਕਮਾਲਦੀ ਉੱਤੇ ਚੜ੍ਹਾਈ ਕਰ ਦਿੱਤੀ। ਦੁਵੱਲੀ ਬੜੀ ਬਹਾਦਰੀ ਨਾਲ ਜੰਗ ਹੋਇਆ। ਅੰਤ ਨੂੰ ਕਮਾਲਦੀ ਮਾਰਿਆ ਗਿਆ। ਮੌਜਦੀ ਨੇ ਆਪਣੇ ਦਾਦੇ ਦਾ ਸਾਰਾ ਵਿਰਸਾ ਸਾਂਭ ਲਿਆ ਤੇ ਆਪ ਰਾਜਾ ਬਣ ਗਿਆ। ਢਾਡੀਆਂ ਨੇ ਇਸ ਜੰਗ ਦੀ ਵਾਰ ਇਸ ਵਜਨਪੁਰ ਰਚੀ। ਰਾਣਾ ਰਾਏ ਕਮਾਲਦੀ ਰਣਪਾਰਾ ਬਾਹੀ, ਮੌਜਦੀ ਤਲਵੰਡੀਓਂ ਚੜਿਆ ਸਾ ਬਾਹੀ, ਢਾਲੀ ਅੰਬਰ ਛਾਇਆ ਫੁੱਲੇ ਅੱਖ ਕਾਹੀ, ਜੁੱਟੇ ਆਮੋ ਸਾਹਮਣੇ ਨੇਜੇ ਝਲਕਾਹੀ। ਇਸ ਨਾਲ ਧੁਨੀ ਮਿਲਾਉਣ ਲਈ ਜੋ ਤੁਧ ਭਾਵੇ ਸੋ ਭਲਾ ਸੱਚ ਤੇਰਾ ਭਾਣਾ। ਅੱਗੇ ਹੈ ਅਸਰਾਜ। ਅਸਰਾਜ ਕੌਣ ਸੀ? ਅਸਰਾਜ ਰਾਜਾ ਸਾਰੰਗ ਦਾ ਜਾਂ ਚਿੱਤਰ ਬੀਜ ਦਾ ਪੁੱਤਰ ਸੀ। ਰਾਜਾ ਸਾਰੰਗ ਨੇ ਆਪਣੀ ਪਿਛਲੀ ਅਵਸਥਾ ਵਿੱਚ ਇੱਕ ਸ਼ਾਦੀ ਕੀਤੀ। ਇਸ ਵੇਲੇ ਅਸਰਾਜ ਚੜ੍ਹਦੀ ਜਵਾਨੀ ਵਿੱਚ ਸੀ। ਰਾਜੇ ਦੀ ਨਵੀਂ ਵਿਆਹੰਦੜ ਨੇ ਅਸਰਾਜ ਦੀ ਚੜ੍ਹਦੀ ਜਵਾਨੀ ਨੂੰ ਵੇਖ ਇਸ ਤੇ ਮੋਹਿਤ ਹੋ ਗਈ ਤੇ ਅਸਰਾਜ ਨੂੰ ਧਰਮ ਤੋਂ ਡੇਗਣ ਲਈ ਇਸ ਮਤਰੇਈ ਮਾਂ ਨੇ ਬੜੇ ਯਤਨ ਕੀਤੇ, ਪਰ ਅਸਰਾਜ ਆਪਣੇ ਧਰਮ ਤੇ ਪੱਕਾ ਰਿਹਾ। ਜਦ ਇਉਂ ਇਸ ਮੁਟਿਆਰ ਦੀ ਕੋਈ ਪੇਸ਼ ਨਾ ਗਈ ਤਦ ਗੁੱਸੇ ਵਿੱਚ ਆ ਕੇ ਰਾਜੇ ਪਾਸ ਅਸਰਾਜ ਦੇ ਬਰ ਖਿਲਾਫ ਸ਼ਿਕਾਇਤ ਕੀਤੀ ਤੇ ਰਾਜੇ ਪਾਸੋਂ ਅਸਰਾਜ ਨੂੰ ਫਾਂਸੀ ਦਾ ਹੁਕਮ ਦਵਾ ਦਿੱਤਾ। ਵਜ਼ੀਰ ਨੇ ਦੂਰ ਅੰਦੇਸ਼ੀ ਤੋਂ ਕੰਮ ਲਿਆ ਅਤੇ ਅਸਰਾਜ ਦਾ ਇੱਕ ਹੱਥ ਕਟਵਾ ਕੇ ਇਸ ਨੂੰ ਦੂਰ ਦਰਾਡੇ ਇੱਕ ਖੂਹ ਤੇ ਛੱਡ ਦਿੱਤਾ। ਦੇਵਨੇਤ ਨਾਲ ਅਸਰਾਜ ਵਣਜਾਰਿਆਂ ਦੇ ਹੱਥ ਆਇਆ। ਇਹਨਾਂ ਨੇ ਅੱਗੇ ਇੱਕ ਧੋਬੀ ਪਾਸ ਇਸ ਨੂੰ ਵੇਚ ਦਿੱਤਾ। ਕਾਫੀ ਸਮਾਂ ਇਸ ਟੁੰਡੇ ਅਸਰਾਜ ਦਾ ਧੋਬੀਆਂ ਦੇ ਘਰ ਹੀ ਗੁਜ਼ਰਿਆ। ਦੇਵਨੇਤ ਨਾਲ ਉੱਥੇ ਦਾ ਰਾਜਾ ਲਾਵਾਰਸ ਮਰ ਗਿਆ। ਵਜ਼ੀਰਾਂ ਨੇ ਫੈਸਲਾ ਕੀਤਾ ਕਿ ਜੋ ਕਿਲੇ ਦੇ ਦਰਵਾਜ਼ੇ ਨੂੰ ਸਵੇਰ ਵੇਲੇ ਸਭ ਤੋਂ ਪਹਿਲਾਂ ਹੱਥ ਲਾਏਗਾ ਉਸ ਨੂੰ ਰਾਜਾ ਬਣਾ ਦਿੱਤਾ ਜਾਵੇਗਾ। ਅਸਰਾਜ ਨਿੱਤ ਵਾਂਗ ਧੋਬੀ ਘਾਟ ਨੂੰ ਬਲਦ ਤੇ ਕੱਪੜੇ ਲੱਦ ਘਰੋਂ ਨਿਕਲਿਆ ਤੇ ਕਿਲੇ ਦੇ ਦਰਵਾਜ਼ੇ ਤੇ ਸਭ ਤੋਂ ਪਹਿਲਾਂ ਹੱਥ ਜਾ ਲਾਇਆ। ਕੁਦਰਤ ਦੇ ਰੰਗ ਇਹ ਟੁੰਡਾ ਅਸਰਾਜ ਰਾਜਾ ਬਣ ਗਿਆ। ਚੂੰਕਿ ਰਾਜ ਪੁੱਤਰ ਸੀ, ਇਸ ਲਈ ਇਸਨੇ ਰਾਜ ਪ੍ਰਬੰਧ ਨੂੰ ਬੜੀ ਚੰਗੀ ਤਰ੍ਹਾਂ ਚਲਾਇਆ। ਕੁਝ ਚਿਰ ਮਗਰੋਂ ਦੇਸ਼ ਵਿੱਚ ਭਿਆਨਕ ਕਾਲ ਪੈ ਗਿਆ। ਅਸਰਾਜ ਦਾ ਪ੍ਰਬੰਧ ਚੰਗਾ ਸੀ, ਇਸ ਲਈ ਦੂਰ ਦੂਰ ਇਲਾਕਿਆਂ ਤੋਂ ਇਸ ਦੇ ਰਾਜ ਵਿੱਚ ਅਨਾਜ ਦੇ ਖਰੀਦਦਾਰ ਪੁੱਜੇ। ਉਹਨਾਂ ਵਿੱਚੋਂ ਇਸ ਦੇ ਪਿਤਾ ਦਾ ਇੱਕ ਉਹ ਵਜ਼ੀਰ ਵੀ ਪੁੱਜਿਆ ਜਿਸ ਨੇ ਅਸਰਾਜ ਦਾ ਹੱਥ ਵੱਢ ਕੇ ਇਸ ਨੂੰ ਫਾਂਸੀ ਤੋਂ ਬਚਾਇਆ ਸੀ। ਜਦ ਆਪਸ ਵਿੱਚ ਮਿਲੇ ਤਾਂ ਅਸਰਾਜ ਨੇ ਵਜ਼ੀਰ ਦਾ ਬੜਾ ਆਦਰ ਤੇ ਮਾਣ ਕੀਤਾ ਤੇ ਬਹੁਤ ਸਾਰਾ ਅਨਾਜ ਆਪਣੇ ਪਿਤਾ ਦੇ ਵਾਸਤੇ ਅਣਮੁੱਲਾ ਹੀ ਘੱਲ ਦਿੱਤਾ। ਵਜ਼ੀਰ ਨੇ ਆ ਕੇ ਸਾਰੰਗ ਨੂੰ ਸਾਰੀ ਵਿਥਿਆ ਦੱਸੀ ਤੇ ਅਸਰਾਜ ਦੀ ਬੜੀ ਉਪਮਾ ਕੀਤੀ। ਇਸ ਤੇ ਸਾਰੰਗ ਨੇ ਅਸਰਾਜ ਨੂੰ ਬੜੇ ਆਦਰ ਨਾਲ ਸੱਦ ਕੇ ਆਪਣਾ ਰਾਜ ਭਾਗ ਵੀ ਉਸ ਦੇ ਹਵਾਲੇ ਕੀਤਾ ਤੇ ਆਪਣੀ ਭੁੱਲ ਤੇ ਬੜਾ ਪਛਤਾਵਾ ਕੀਤਾ। ਇਸ ਘਟਨਾ ਦੀ ਵਾਰ ਜੋ ਰਚੀ ਗਈ ਉਸ ਦੀ ਪੌੜੀ ਇਹ ਹੈ: ਭਬਕਿਆ ਸ਼ੇਰ ਸਰਦੂਲ ਰਾਏ ਰਣ ਮਾਰੂ ਬੱਜੇ, ਸੁਲਤਾਨ ਖਾਨ ਬੱਡ ਸੂਰਮੇ ਵਿੱਚ ਰਣ ਦੇ ਗੱਜੇ, ਖਤ ਲਿਖੇ ਟੁੰਡੇ ਅਸਰਾਜ ਨੂੰ ਪਾਤਸ਼ਾਹੀ ਅੱਜੇ, ਟਿੱਕਾ ਸਾਰੰਗ ਬਾਪ ਨੇ ਦਿੱਤਾ ਪਰ ਲੱਜੇ, ਫਤਿਹ ਪਾਏ ਅਸਰਾਜ ਦੀ ਜੀ ਸ਼ਾਹੀ ਪਰ ਸੱਜੇ। ਇਸ ਪੰਜ ਤੁਕੀ ਪੌੜੀ ਨਾਲ ਆਸਾ ਜੀ ਦੀ ਵਾਰ ਦੀ ਪੰਜ ਤੁਕੀ ਪੌੜੀ ਦੀ ਧੁਨੀ ਸਤਿਗੁਰਾਂ ਨੇ ਮਿਲਾਈ। ਆਪਣੇ ਆਪ ਸਾਜਿਓ ਆਪਣੇ ਰਚਿਓ ਨਾਓ। ਸਿਕੰਦਰ ਤੇ ਇਬਰਾਹਿਮ। ਸਿਕੰਦਰ ਤੇ ਇਬਰਾਹਿਮ ਦੋਵੇਂ ਰਾਜਪੂਤ ਸਨ
ਤੇ ਸ਼ਰੀਕੇ ਵਿੱਚੋਂ ਭਰਾ ਭਾਈ ਸਨ। ਸਿਕੰਦਰ ਰਾਜਾ ਸੀ ਤੇ ਇਬਰਾਹਿਮ ਉਸਦੇ 94 ਯੋਧਿਆਂ ਵਿੱਚੋਂ ਸਿਰਕੱਢ ਦਾ ਸਰਦਾਰ ਸੀ। ਸਿਕੰਦਰ ਪਰਮਾਤਮਾ ਅਤੇ ਇਬਰਾਹਿਮ ਵਿਭਚਾਰੀ ਸੀ। ਇੱਕ ਵਾਰੀ ਜਦ ਇਹ ਸ਼ਿਕਾਰ ਖੇਡਣ ਜਾ ਰਿਹਾ ਸੀ ਤਾਂ ਰਸਤੇ ਵਿੱਚ ਇਸ ਦੀ ਨਜ਼ਰ ਨੌਜਵਾਨ ਬ੍ਰਾਹਮਣੀ ਤੇ ਪਈ। ਇਸ ਨੌਜਵਾਨ ਤੀਵੀਂ ਦੀ ਖੂਬਸੂਰਤੀ ਤੇ ਇਬਰਾਹਿਮ ਮੋਹਿਤ ਹੋ ਗਿਆ ਤੇ ਉਸ ਨੂੰ ਆਪਣੇ ਫੰਦੇ ਵਿੱਚ ਫਸਾਉਣ ਲਈ ਕਈ ਉਪਰਾਲੇ ਕੀਤੇ। ਜਦ ਕੋਈ ਪੇਸ਼ ਜਾਂਦੀ ਨਾ ਦਿਸੀ ਤਾਂ ਉਸਦੇ ਪਤੀ ਦਾ ਸਾਰਾ ਪਤਾ ਪੁੱਛ ਲਿਆ ਤੇ ਉਸ ਸਮੇਂ ਉਸ ਨੂੰ ਛੱਡ ਦਿੱਤਾ। ਪਰ ਇਸ਼ਕ ਅਤੇ ਕਾਮ ਦਾ ਭੂਤ ਸਿਰ ਤੇ ਸਵਾਰ ਹੋ ਚੁੱਕਾ ਸੀ। ਇਸ ਲਈ ਉਸਦੇ ਪਤੀ ਨੂੰ, ਜੋ ਉਸਦੀ ਆਪਣੀ ਹੀ ਰਈਅਤ ਸੀ, ਬੜਾ ਤੰਗ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ ਨੇ ਜਦ ਆਪਣੀ ਕੋਈ ਪੇਸ਼ ਜਾਂਦੀ ਨਾ ਵੇਖੀ ਤਦ ਆਪਣੀ ਇੱਜ਼ਤ ਬਚਾਉਣ ਲਈ ਸਿਕੰਦਰ ਦੀ ਸ਼ਰਨ ਆ ਡਿੱਗੇ ਤੇ ਉਸ ਪਾਸੋਂ ਆਪਣੇ ਜੱਤ ਤੇ ਪੱਤ ਦੀ ਭਿੱਖਿਆ ਮੰਗੀ। ਇਸ ਨੇਕ ਪੁਰਸ਼ ਨੇ ਉਹਨਾਂ ਨੂੰ ਆਪਣੀ ਸ਼ਰਨ ਵਿੱਚ ਲੈ ਲਿਆ ਤੇ ਇਬਰਾਹਿਮ ਨੂੰ ਇਸ ਮੰਦੇ ਖਿਆਲ ਤੋਂ ਟਾਲਣ ਵਾਸਤੇ ਵਿਤੋਂ ਪਰੇ ਯਤਨ ਕੀਤਾ। ਪਰ ਜਦ ਡਿੱਠਾ ਕਿ ਉਹ ਕਿਸੇ ਤਰ੍ਹਾਂ ਵੀ ਆਪਣੇ ਮੰਦੇ ਖਿਆਲ ਤੋਂ ਟਲਣ ਲਈ ਤਿਆਰ ਨਹੀਂ, ਤਦ ਖੁੱਲ੍ਹਮ ਖੁੱਲ੍ਹਾ ਉਸ ਨੂੰ ਆਖ ਦਿੱਤਾ ਕਿ ਇਹ ਬ੍ਰਾਹਮਣ ਤੇ ਬ੍ਰਾਹਮਣੀ ਦੋਵੇਂ ਮੇਰੀ ਸ਼ਰਨ ਵਿੱਚ ਹਨ। ਇਹਨਾਂ ਦੀ ਪੱਤ ਨੂੰ ਮੈਂ ਆਪਣੀ ਪੱਤ ਸਮਝਦਾ ਹਾਂ। ਬਸ ਫਿਰ ਕੀ ਸੀ, ਇਬਰਾਹਿਮ ਦੇ ਕ੍ਰੋਧ ਦੀ ਅੱਗ ਭੜਕ ਉੱਠੀ ਤੇ ਉਸਨੇ ਸਿਕੰਦਰ ਤੇ ਬਰ ਖਿਲਾਫ ਆਪਣੇ ਯੋਧੇ ਘੱਲੇ। ਸਿਕੰਦਰ ਨੇ ਇਸ ਸੈਨਾ ਨੂੰ ਕੈਦ ਕਰ ਲਿਆ ਅਤੇ ਅੰਤ ਨੂੰ ਇਬਰਾਹਿਮ ਨੂੰ ਵੀ ਕੈਦ ਵਿੱਚ ਪਾ ਦਿੱਤਾ ਤੇ ਆਪ ਰਾਜ ਕਰਨ ਲੱਗ ਪਿਆ। ਕੁਝ ਸਮਾਂ ਇਸ ਤਰ੍ਹਾਂ ਲੰਘ ਗਿਆ। ਸਿਕੰਦਰ ਨੇ ਮੁੜ ਇਬਰਾਹਿਮ ਨੂੰ ਨੇਕੀ ਦੇ ਰਸਤੇ ਤੇ ਲੈ ਆਉਣ ਦਾ ਯਤਨ ਕੀਤਾ। ਕੈਦ ਦੇ ਦੁੱਖ ਨੂੰ ਇਬਰਾਹਿਮ ਤੇ ਕਾਫੀ ਅਸਰ ਕੀਤਾ ਤੇ ਉਸਨੇ ਸਿਕੰਦਰ ਪਾਸੋਂ ਖਿਮਾ ਮੰਗ ਘੱਲੀ। ਇਸ ਘਟਨਾ ਦੀ ਵਾਰ ਜੋ ਬਣੀ ਉਸ ਦੀ ਪੌੜੀ ਇਹ ਹੈ: ਪਾਪੀ ਖਾਨ ਬਿਰਾਮ ਪਰ ਚੜ੍ਹਿਆ ਸਿਕੰਦਰ, ਭੇੜ ਦੁਹਾਂ ਦਾ ਮੱਚਿਆ ਵੱਡ ਰਣ ਦੇ ਅੰਦਰ, ਫੜਿਆ ਖਾਨ ਬਿਰਾਮ ਨੂੰ ਕਰ ਵੱਡ ਅਡੰਬਰ, ਬੱਧਾ ਸੰਗਲ ਪਾਈ ਕੈ ਜਨ ਕੀਲੇ ਬੰਦਰ। ਇਸ ਪੰਜ ਤੁਕੀ ਪੌੜੀ ਨਾਲ ਰਾਗ ਗੁਜਰੀ ਦੀ ਪੰਜ ਤੁਕੀ ਪੌੜੀ ਹੈ: ਆਪਣਾ ਆਪ ਉਪਾਇਨ ਤਦੋਂ ਹੋਰ ਨਾ ਕੋਈ। ਲੱਲਾ ਤੇ ਬਹਿਲੀਮਾ। ਲੱਲਾ ਤੇ ਬਹਿਲੀਮਾ ਦੋਵੇਂ ਕਾਂਗੜੇ ਦੇ ਇਲਾਕੇ ਦੇ ਤਕੜੇ ਜ਼ਿਮੀਂਦਾਰ ਤੇ ਸਰਦਾਰ ਸਨ। ਇੱਕ ਵਾਰੀ ਬਾਰਿਸ਼ ਨਾ ਹੋਣ ਕਰਕੇ ਪਾਣੀ ਦਾ ਸੋਕਾ ਹੋ ਗਿਆ ਤੇ ਲੱਲੇ ਦੀ ਫਸਲ ਪਾਣੀ ਖੁਣੋਂ ਬਰਬਾਦ ਹੋਣ ਵਾਲੀ ਹੋ ਗਈ। ਲੱਲੇ ਨੇ ਇਸ ਔਂਕੜ ਦੇ ਸਮੇਂ ਬਹਿਲੀਮੇ ਨੂੰ ਆਖਿਆ ਕਿ ਜੇ ਤੂੰ ਆਪਣੀ ਕੁੱਲ ਵਿੱਚੋਂ ਮੈਨੂੰ ਪੈਲੀਆਂ ਵਾਸਤੇ ਪਾਣੀ ਦੇ ਦੇਵੇਂ ਤਾਂ ਫਸਲ ਦਾ 6ਵਾਂ ਹਿੱਸਾ ਇਸ ਦੇ ਬਦਲੇ ਮੈਂ ਤੈਨੂੰ ਦੇ ਦਿਆਂਗਾ। ਬਹਿਲੀਮੇ ਨੇ ਇਹ ਸ਼ਰਤ ਮੰਨ ਲਈ ਤੇ ਆਪਣੀ ਕੂਲ ਵਿੱਚੋਂ ਪਾਣੀ ਦੇ ਦਿੱਤਾ। ਪਰ ਫਸਲ ਤਿਆਰ ਹੋ ਜਾਣ ਪਰ ਲੱਲੇ ਨੇ ਆਪਣੇ ਇਕਰਾਰ ਮੂਜਬ ਬਹਿਲੀਮੇ ਨੂੰ ਕੁਝ ਨਾ ਦਿੱਤਾ, ਜਿਸ ਦਾ ਸਿੱਟਾ ਆਪਸ ਵਿੱਚ ਤਕੜੀ ਲੜਾਈ ਹੋਈ। ਦੁਵੱਲੀ ਚੰਗੀ ਬਹਾਦਰੀ ਨਾਲ ਲੜਾਈ ਲੜੀ ਗਈ। ਅੰਤ ਨੂੰ ਲੱਲਾ ਹਾਰ ਗਿਆ ਤੇ ਬਹਿਲੀਮੇ ਦੀ ਕੈਦ ਵਿੱਚ ਪੈ ਗਿਆ। ਬਹਿਲੀਮੇ ਨੇ ਥੋੜ੍ਹੇ ਚਿਰ ਵਾਸਤੇ ਲੱਲੇ ਨੂੰ ਕੈਦ ਵਿੱਚ ਰੱਖਿਆ ਤੇ ਆਪਣਾ 6ਵੇਂ ਹਿੱਸੇ ਦਾ ਕਰ ਵਸੂਲ ਕਰਨ ਦੇ ਮਗਰੋਂ ਲੱਲੇ ਨੂੰ ਛੱਡ ਦਿੱਤਾ ਤੇ ਉਸ ਦੀ ਜ਼ਮੀਨ ਵੀ ਉਸ ਦੇ ਹਵਾਲੇ ਕਰ ਦਿੱਤੀ। ਇਸ ਘਟਨਾ ਦੀ ਵਾਰ ਦੀ ਪੌੜੀ ਹੈ: ਕਾ ਲੱਲਾ ਦੇ ਦੇਸ਼ ਦਾ ਖੋਇਆ ਬਹਿਲੀਮਾ, ਹਿੱਸਾ ਛੱਟਾ ਮਨਾਈ ਕੇ ਜਲ ਨਹਿਰੋ ਦੀਮਾ। ਇਸ ਪੌੜੀ ਦੀ ਧੁਨੀ ਉੱਪਰ ਸਤਿਗੁਰੂ ਜੀ ਨੇ ਵਡਹੰਸ ਦੀ ਵਾਰ ਗਾਉਣ ਦੀ ਸੂਚਨਾ ਦਿੱਤੀ: ਤੂੰ ਆਪੇ ਹੀ ਆਪ ਹੈ ਆਪ ਕਾਰਨ ਕੀਆ। ਅੱਗੇ ਹੈ: ਜੋਧਾ ਵੀਰਾ ਤੇ ਪੂਰ ਬਾਣੀ। ਜੋਧਾ ਤੇ ਵੀਰਾ ਦੋਵੇਂ ਪੂਰ ਬਾਣੀ ਦੇ ਪੁੱਤਰ ਸਨ। ਇਹ ਲੱਖੀ ਜੰਗਲ ਦੇ ਵੱਡੇ ਉੱਘੇ ਧਾੜਵੀ ਸਨ ਤੇ ਕਿਸੇ ਦੀ ਈਨ ਨਹੀਂ ਮੰਨਦੇ ਸਨ। ਇਹਨਾਂ ਦੋਵਾਂ ਭਰਾਵਾਂ ਦਾ ਕੰਮ ਅਮੀਰਾਂ, ਸਰਦਾਰਾਂ ਤੇ ਸ਼ਾਹੀ ਖਜ਼ਾਨੇ ਨੂੰ ਲੁੱਟਣਾ ਅਤੇ ਗਰੀਬਾਂ ਤੇ ਅਨਾਥਾਂ ਦੀ ਦਾਰੀ ਕਰਨਾ ਸੀ। ਕਈ ਵਾਰੀ ਇਹਨਾਂ ਨੇ ਅਕਬਰ ਬਾਦਸ਼ਾਹ ਦਾ ਖਜ਼ਾਨਾ ਆਦਿ ਕਸ਼ਮੀਰ ਜਾਂਦਾ ਲੁੱਟਿਆ ਤੇ ਜਦ ਵੀ ਸ਼ਾਹੀ ਸੈਨਾ ਇਹਨਾਂ ਦੀ ਤਾੜਨਾ ਵਾਸਤੇ ਘੱਲੀ ਗਈ, ਹਾਰ ਖਾ ਪਿਛਾਂਹ ਮੁੜ ਜਾਂਦੀ ਰਹੀ। ਦੱਸਿਆ ਜਾਂਦਾ ਹੈ ਕਿ ਬਾਦਸ਼ਾਹ ਨੇ ਇਹਨਾਂ ਨੂੰ ਇੱਥੇ ਤਾਈਂ ਅਖਵਾ ਭੇਜਿਆ ਕਿ ਤੁਸੀਂ ਧਾੜੇ ਮਾਰਨੇ ਛੱਡ ਦਿਓ ਤੇ ਲੱਖੀ ਜੰਗਲ ਦੇ ਦੇਸ਼ ਦਾ ਰਾਜ ਸੰਭਾਲ ਲਵੋ ਤੇ ਉਸ ਇਲਾਕੇ ਦਾ ਪ੍ਰਬੰਧ ਕਰੋ। ਪਰ ਇਹਨਾਂ ਨੇ ਇਸ ਨੂੰ ਵੀ ਇੱਕ ਪ੍ਰਕਾਰ ਦੀ ਸ਼ਾਹੀ ਈਨ ਸਮਝ ਕੇ ਨਾ ਕਰ ਦਿੱਤੀ ਤੇ ਨਿਡਰ ਹੋ ਕੇ ਧਾੜੇ ਮਾਰਦੇ ਰਹੇ ਅਤੇ ਗਰੀਬਾਂ ਤੇ ਦੁਖੀਆਂ ਦੀ ਸਹਾਇਤਾ ਕਰਦੇ ਰਹੇ। ਅਕਬਰ ਨੇ ਇਹਨਾਂ ਦੀ ਆਕੜ ਭੰਨਣ ਨੂੰ ਫੌਜ ਭੇਜੀ ਅਤੇ ਇਹ ਦੋਵੇਂ ਭਰਾ ਬਹਾਦਰੀ ਨਾਲ ਮੁਕਾਬਲਾ ਕਰਕੇ
ਲੜ ਮੋਏ ਹੋ ਗਏ। ਭੱਟਾ ਨੇ ਇਸ ਘਟਨਾ ਉੱਤੇ ਜੋ ਵਾਰ ਬਣਾਈ ਉਸ ਦੀ ਪੌੜੀ ਹੈ। ਜੋਧ ਵੀਰ ਪੁਰਬਾਣੀਏ ਦੋ ਗੱਲਾਂ ਕਰੀ ਕਰਾਰੀਆਂ, ਫੌਜ ਚੜ੍ਹਾਈ ਬਾਦਸ਼ਾਹ ਅਕਬਰ ਰਣ ਭਾਰੀਆਂ, ਸਨਮੁਖ ਹੋਏ ਰਾਜਪੂਤ ਸ਼ੁਤਰੀ ਰਣਕਾਰੀਆਂ, ਧੂਹ ਮਿਆਨੋਂ ਕੱਢੀਆਂ ਬਿਜਲ ਚਮਕਾਰੀਆਂ। ਇਹ 6 ਤੁਕੀ ਪੌੜੀ ਦੀ ਧੁਨੀ ਉੱਪਰ ਸਤਿਗੁਰਾਂ ਨੇ ਰਾਮਕਲੀ ਦੀ ਵਾਰ ਗਾਉਣ ਦੀ ਸੂਚਨਾ ਦਿੱਤੀ ਸੀ। ਸੱਚੇ ਤਖਤ ਰਚਾਇਆ ਬੈਸਨ ਕੋ ਜਾਈ। ਹੁਣ ਹੈ ਰਾਏ ਮਹਿਮਾ ਤੇ ਰਾਏ ਹਸਨਾ। ਰਾਏ ਮਹਿਮਾ ਤੇ ਰਾਏ ਹਸਨਾ ਦੋਵੇਂ ਪੱਟੀ ਰਾਜਪੂਤ ਸਨ ਅਤੇ ਸ਼ਰੀਕੇ ਵਿੱਚੋਂ ਭਰਾ ਸਨ ਤੇ ਨਿੱਕੀਆਂ ਨਿੱਕੀਆਂ ਰਜਵਾੜਿਆਂ ਦੇ ਰਾਜ ਸਨ। ਮਹਿਮੇ ਦਾ ਰਾਜ ਵੱਡਾ ਸੀ ਤੇ ਇਹ ਚਾਹੁੰਦਾ ਸੀ ਕਿ ਹਸਨਾ ਵੀ ਉਸ ਦੀ ਈਨ ਮੰਨ ਜਾਵੇ, ਪਰ ਹਸਨਾ ਆਪਣੇ ਆਪ ਨੂੰ ਸ਼ਰੀਕੇ ਵਿੱਚੋਂ ਹੋਣ ਕਰਕੇ ਘੱਟ ਨਹੀਂ ਸੀ ਅਖਵਾਉਂਦਾ। ਅੰਤ ਨੂੰ ਨੌਬਤ ਦੁਵੱਲੀ ਲੜਾਈ ਤੱਕ ਪੁੱਜੀ। ਭਾਵੇਂ ਦੋਵੇਂ ਉੱਘੇ ਬਹਾਦਰ ਸਨ, ਪਰ ਹਸਨਾ ਲੜਾਈ ਵਿੱਚ ਪਕੜਿਆ ਗਿਆ। ਕੈਦ ਦੀ ਹਾਲਤ ਵਿੱਚ ਵੀ ਜਦ ਮਹਿਮੇ ਨੇ ਈਨ ਮੰਨਣ ਲਈ ਆਖਿਆ ਤਾਂ ਦਲੇਰਾਂ ਵਾਂਗ ਨਾ ਕਰ ਦਿੱਤੀ ਤੇ ਕਿਸੇ ਨਾ ਕਿਸੇ ਹੀਲੇ ਨਾਲ ਕੈਦ ਵਿੱਚੋਂ ਨਿਕਲ ਗਿਆ ਤੇ ਸਮਾਂ ਪਾ ਕੇ ਸ਼ਾਹੀ ਸੈਨਾ ਦੀ ਮਦਦ ਨਾਲ ਮਹਿਮੇ ਤੇ ਚੜ੍ਹਾਈ ਕਰ ਦਿੱਤੀ। ਅੰਤ ਨੂੰ ਹਸਨਾ ਕੈਦ ਹੋ ਗਿਆ, ਪਰ ਮਹਿਮੇ ਨੇ ਆਪਣੇ ਦਿਆਲੂ ਸੁਭਾਅ ਅਨੁਸਾਰ ਹਸਨੇ ਦਾ ਅਪਰਾਧ ਬਖਸ਼ ਦਿੱਤਾ। ਢਾਡੀਆਂ ਨੇ ਇਸ ਦੀ ਵਾਰ ਰਚੀ, ਜਿਸ ਦੀ ਪੌੜੀ ਹੈ। ਮਹਿਮਾ ਹਸਨਾ ਰਾਜਪੂਤ ਰਾਏ ਭਾਰੇ ਪੱਟੀ, ਹਸਨੇ ਬੇਈਮਾਨਗੀ ਨਾਲ ਮਹਿਮੇ ਥੱਟੀ, ਭੇੜ ਦੁਹਾਂ ਦਾ ਮੱਚਿਆ ਧਰ ਵੱਗੇ ਸਫੱਟੀ। ਇਸ 5 ਤੁਕੀ ਪੌੜੀ ਦੀ ਧੁਨੀ ਉੱਪਰ ਸਤਿਗੁਰਾਂ ਨੇ ਸਾਰੰਗ ਦੀ ਵਾਰ ਗਾਉਣ ਦੀ ਸੂਚਨਾ ਕੀਤੀ। ਆਪੇ ਆਪ ਨਿਰੰਜਨਾ ਜਿਨ ਆਪ ਉਪਾਇਆ। ਰਾਣਾ ਕੈਲਾਸ ਤੇ ਮਾਲਦੇਵ। ਰਾਣਾ ਕੈਲਾਸ ਦੇਉ ਤੇ ਰਾਣਾ ਮਾਲਦੇਉ ਦੋਵੇਂ ਰਾਜਪੂਤ ਭਰਾ ਸਨ। ਆਖਿਆ ਜਾਂਦਾ ਹੈ ਕਿ ਜਹਾਂਗੀਰ ਦੇ ਸਮੇਂ ਇਹ ਜੰਮੂ ਤੇ ਕਸ਼ਮੀਰ ਦੇ ਕੁਝ ਕੁ ਇਲਾਕੇ ਵਿੱਚ ਰਾਜ ਕਰਦੇ ਸਨ, ਪਰ ਜਹਾਂਗੀਰ ਅੱਗੇ ਕਰ ਭਰਦੇ ਸਨ। ਚੂੰਕਿ ਇਹ ਦੋਵੇਂ ਭਰਾ ਬੜੇ ਯੋਧੇ ਸਨ, ਬਾਦਸ਼ਾਹ ਨੂੰ ਇਹ ਖਤਰਾ ਸੀ ਕਿ ਕਿਧਰੇ ਬਾਗੀ ਨਾ ਹੋ ਜਾਣ। ਸੋ ਬਾਦਸ਼ਾਹ ਨੇ ਰਾਜਨੀਤੀ ਤੋਂ ਕੰਮ ਲਿਆ ਤੇ ਇਹਨਾਂ ਭਰਾਵਾਂ ਵਿੱਚ ਫੁੱਟ ਪਵਾਉਣ ਵਿੱਚ ਕਾਮਯਾਬ ਹੋ ਗਿਆ। ਮਾਮਲਾ ਇੱਥੇ ਤਾਈਂ ਵੱਧ ਗਿਆ ਕਿ ਇਹਨਾਂ ਦੋਹਾਂ ਦੀ ਆਪਸ ਵਿੱਚ ਤਕੜੀ ਲੜਾਈ ਸ਼ੁਰੂ ਹੋ ਗਈ। ਦੁਵੱਲੀ ਆਦਮੀਆਂ ਤੇ ਰੁਪਏ ਦਾ ਕਾਫੀ ਨੁਕਸਾਨ ਹੋਇਆ। ਇਸ ਸਮੇਂ ਇਹਨਾਂ ਦੇ ਇੱਕ ਦਰਦੀ ਨੇ ਵਿੱਚ ਪੈ ਕੇ ਦੋਹਾਂ ਨੂੰ ਅਸਲੀ ਭੇਦ ਤੋਂ ਵਾਕਫ ਕੀਤਾ ਤੇ ਮੁੜ ਦੋਹਾਂ ਦੀ ਸੁਲ੍ਹਾ ਕਰਵਾਈ ਤੇ ਇਸ ਖਾਨਾ ਜੰਗੀ ਦਾ ਖਾਤਮਾ ਕਰਵਾਇਆ। ਢਾਡੀਆਂ ਨੇ ਇਹਨਾਂ ਭਰਾਵਾਂ ਦੀ ਲੜਾਈ ਦੀ ਵਾਰ ਜੋ ਬਣਾਈ ਉਸ ਦੀ ਪੌੜੀ ਹੈ। ਧਰਤ ਘੋੜਾ ਪਰਬਤ ਪਲਾਣ, ਸਿਰ ਟੱਟਰ ਅੰਬਰ, 900 ਨਦੀ 99 ਰਾਣਾ ਜਲਕੰਦਰ, ਟੁੱਕਾ ਰਾਏ ਅਮੀਰ ਦੇ ਘਰ ਮੇਘ ਅਡੰਬਰ, ਆਨਤ ਖੰਡਾ ਰਾਣਿਆ ਕੈਲਾਸੇ ਅੰਦਰ। ਇਸ 8 ਤੁਕੀ ਪੌੜੀ ਦੀ ਧੁਨੀ ਉੱਪਰ ਸਤਿਗੁਰੂ ਜੀ ਨੇ ਮਲਾਰ ਦੀ ਵਾਰ ਗਾਉਣ ਦੀ ਸੂਚਨਾ ਕੀਤੀ। ਆਪਨੇ ਆਪ ਸਾਜ ਆਪ ਪਛਾਣਿਆ। ਅੱਗੇ ਹੈ ਮੂਸਾ ਕੌਣ ਸੀ। ਮੂਸਾ ਇੱਕ ਬੜਾ ਭਾਰੀ ਬਹਾਦਰ ਰਾਠ ਸੀ ਤੇ ਤਕੜਾ ਜ਼ਿਮੀਂਦਾਰ ਸੀ। ਚੜ੍ਹਦੀ ਜਵਾਨੀ ਦੇ ਸਮੇਂ ਇਸ ਦੀ ਮੰਗਣੀ ਇੱਕ ਚੰਗੇ ਘਰਾਣੇ ਵਿੱਚ ਹੋ ਗਈ। ਕਿਸੇ ਵੈਰੀ ਨੇ ਲੜਕੀ ਦੀਆਂ ਮਾਪਿਆਂ ਨੂੰ ਭਰਮਾ ਦਿੱਤਾ ਤੇ ਉਹਨਾਂ ਨੇ ਆਪਣੀ ਲੜਕੀ ਕਿਸੇ ਹੋਰ ਤਕੜੇ ਰਾਠ ਨਾਲ ਵਿਆਹ ਦਿੱਤੀ। ਜਦ ਮੂਸੇ ਨੂੰ ਇਸ ਗੱਲ ਦੀ ਖਬਰ ਪੁੱਜੀ ਤਾਂ ਉਸ ਦੇ ਕ੍ਰੋਧ ਦੀ ਕੋਈ ਹੱਦ ਨਾ ਰਹੀ। ਆਪਣੇ ਸਾਥੀਆਂ ਸਣੇ ਉੱਥੇ ਪੁੱਜਾ ਜਿੱਥੇ ਇਸ ਦੀ ਮੰਗ ਵਿਆਹ ਦਿੱਤੀ ਗਈ ਸੀ। ਇਸ ਨੇ ਆਪਣੇ ਬਾਹੂਬਲ ਨਾਲ ਆਪਣੀ ਮੰਗ ਤੇ ਉਸ ਦੇ ਪਤੀ ਨੂੰ ਸਣੇ ਉਸ ਦੇ ਸਾਥੀਆਂ ਦੇ ਕੈਦ ਕਰ ਲਿਆ। ਫਿਰ ਆਪਣੀ ਮੰਗ ਤੇ ਉਸ ਦੇ ਪਤੀ ਨੂੰ ਸਣੇ ਸਾਥੀਆਂ ਦੇ ਕੈਦ ਕਰ ਲਿਆ ਤੇ ਆਪਣੀ ਮੰਗ ਪਾਸੋਂ ਪੁੱਛਿਆ, ਤੂੰ ਇਸ ਨਾਲ ਕਿਉਂ ਵਿਆਹ ਕੀਤਾ ਜਦ ਕਿ ਤੂੰ ਮੇਰੀ ਮੰਗ ਬਣ ਚੁੱਕੀ ਸੈਂ। ਉਸਨੇ ਉੱਤਰ ਦਿੱਤਾ, ਜਿਵੇਂ ਤੁਹਾਡੀ ਮੰਗ ਬਣਨ ਵਿੱਚ ਮੇਰਾ ਕੋਈ ਹੱਥ ਨਹੀਂ ਸੀ, ਤਿਵੇਂ ਇਸ ਦੀ ਇਸਤਰੀ ਬਣਨ ਵਿੱਚ ਵੀ ਮੇਰਾ ਕੋਈ ਹੱਥ ਨਹੀਂ ਸੀ। ਇਹ ਸਭ ਕੁਝ ਮੇਰੇ ਮਾਪਿਆਂ ਦੇ ਅਖਤਿਆਰ ਸੀ, ਜਿਨ੍ਹਾਂ ਨੇ ਮੈਨੂੰ ਪਾਲਿਆ ਤੇ ਪੋਸਿਆ। ਮੂਸੇ ਨੇ ਆਪਣੀ ਮੰਗ ਪਾਸੋਂ ਪੁੱਛਿਆ, ਹੁਣ ਦੱਸ ਤੂੰ ਕਿਸ ਦੀ ਹੋ ਕੇ ਰਹੇਂਗੀ। ਉਸ ਨੇਕ ਤੀਵੀਂ ਨੇ ਉੱਤਰ ਦਿੱਤਾ, ਇਹ ਠੀਕ ਹੈ ਕਿ ਮੈਂ ਆਪਦੀ ਕੈਦਨ ਹਾਂ, ਪਰ ਇਸਤਰੀ ਉਸ ਦੀ ਬਣ ਕੇ ਰਵਾਂਗੀ ਜਿਸ ਨਾਲ ਮੇਰੀ ਸ਼ਾਦੀ ਕੀਤੀ ਗਈ ਹੈ, ਤੇ ਜੇ ਮੇਰੇ ਇਸ ਧਰਮ ਵਿੱਚ ਵਿਘਨ ਪਾਉਣ ਦਾ ਯਤਨ ਕੀਤਾ ਗਿਆ ਤਾਂ ਆਪਣੀ ਜਾਨ ਤੇ ਖੇਡ ਜਾਵਾਂਗੀ। ਮੂਸੇ ਦੇ ਹਿਰਦੇ ਤੇ ਇਹਨਾਂ ਸਾਦੇ ਪਰ ਪਵਿੱਤਰ ਬਚਨਾਂ ਦਾ ਬੜਾ ਅਸਰ ਹੋਇਆ। ਉਸਨੇ ਇਸ ਨੇਕ ਤੀਵੀਂ ਤੇ
ਉਸ ਦੇ ਪਤੀ ਨੂੰ ਕੈਦ ਵਿੱਚੋਂ ਰਿਹਾ ਕਰ ਦਿੱਤਾ ਤੇ ਕਾਫੀ ਧਨ ਪਦਾਰਥ ਤੇ ਸਤਿਕਾਰ ਨਾਲ ਵਿਦਾ ਕੀਤਾ। ਢਾਡੀਆਂ ਨੇ ਇਸ ਦੀ ਇਸ ਉਦਾਰਤਾ ਤੇ ਵਾਰ ਬਣਾ ਕੇ ਗਾਈ, ਜਿਸ ਦੀ ਪੌੜੀ ਹੈ: 360 ਮਰਾਤਬਾ ਇੱਕ ਘੁਰੀਏ ਡੱਗੇ, ਚੜ੍ਹਿਆ ਮੂਸਾ ਪਾਤਸ਼ਾਹ ਸਭ ਸੁਣਿਆ ਜੱਗੇ। ਦੰਦ ਚਿੱਟੇ ਵੱਡ ਹਾਥੀਆਂ ਕੋ ਕਿੱਤ ਵਰਗੇ, ਰੁੱਤ ਪਛਾਤੀ ਬਗੁਲਿਆਂ ਘਟ ਕਾਲੀ ਬੱਗੇ। ਇਹੀ ਕੀਤੀ ਮੂਸਿਆ ਕਿਨ ਕਰੀ ਨਾ ਅੱਗੇ। ਇਸ ਪੰਜ ਤੁਕੀ ਪੌੜੀ ਦੀ ਧੁਨੀ ਉੱਪਰ ਗੁਰੂ ਜੀ ਨੇ ਕਾਨੜੇ ਦੀ ਵਾਰ ਗਾਉਣ ਦੀ ਸੂਚਨਾ ਕੀਤੀ। ਤੂੰ ਆਪੇ ਹੀ ਸਿੱਧ ਸਾਧਿਕੋ, ਤੂੰ ਆਪੇ ਹੀ ਜੁਗ ਜੋਗੀਆ। ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਕਰਨਾ ਔਰ ਵਾਰਾਂ ਦੇ ਪਿੱਛੇ ਦੀਆਂ ਜੋ ਸਾਖੀਆਂ ਸੀ ਜਿਨ੍ਹਾਂ ਦੇ ਰੈਫਰੈਂਸ 'ਤੇ ਗੁਰੂ ਜੀ ਨੇ ਰਾਗ ਦਿੱਤੇ, ਕਿਰਪਾ ਕਰਕੇ ਇਹਨਾਂ ਨੂੰ ਅੱਗੇ ਵੀ ਸ਼ੇਅਰ ਕਰਨਾ ਅਤੇ ਭੁੱਲਾਂ ਚੁੱਕਾਂ ਦੀ ਖਿਮਾ ਕਰਨਾ। ਧੰਨਵਾਦ।